ओम शांति। ਅੱਜ ਹੈ 1/6/2022 ਦੀ ਸਾਕਾਰ ਬਾਪ ਦਾਦਾ ਜੀ ਦੀ ਮੁਰਲੀ। ਅੱਜ ਬਾਪ ਦਾਦਾ ਜੀ ਨੇ ਆਖਿਆ, ਮਿੱਠੇ ਬੱਚੇ ਸਦਾ ਈਸ਼ਵਰੀय ਸੇਵਾ ਵਿੱਚ ਬਿਜ਼ੀ ਰਹਿਣਾ ਹੈ। ਨਾਲ ਨਾਲ ਇੱਕ ਬਾਪ ਜੀ ਦੇ ਨਾਲ ਲਵ ਵਧਾਉਂਦੇ ਜਾਣਾ ਹੈ। ਖੁਸ਼ੀ ਦਾ ਪਾਰਾ ਵੀ ਤਾਂ ਹੀ ਉਹ ਚੜ੍ਹਾਇਆ ਰਹੇਗਾ। ਪ੍ਰਸ਼ਨ ਹੈਗਾ, ਨਜ਼ਰ ਤੋਂ ਨਿਹਾਲ ਹੋਣ ਵਾਲੇ ਬੱਚਿਆਂ ਦੀ ਦਿਲ ਵਿੱਚ ਕਿਹੜੀ ਖੁਸ਼ੀ ਰਹਿੰਦੀ ਏ? ਉੱਤਰ ਹੈਗਾ, ਉਹਨਾਂ ਦੇ ਦਿਲ ਵਿੱਚ ਸਵਰਗ ਦੀ ਬਾਦਸ਼ਾਹੀ ਮਿਲਣ ਦੀ ਖੁਸ਼ੀ ਰਹਿੰਦੀ ਏ, ਕਿਉਂਕਿ ਬਾਪ ਜੀ ਦੀ ਨਜ਼ਰ ਮਿਲੀ ਅਤੇ ਵਰਸੇ ਦੇ ਅਧਿਕਾਰੀ ਬਣ ਗਏ। ਬਾਪ ਵਿੱਚ ਸਭ ਕੁਝ ਸਮਾਇਆ ਹੋਇਆ ਸਨ। ਦੂਜਾ ਪ੍ਰਸ਼ਨ ਹੈਗਾ, ਅੱਜ ਬਾਪ ਬੱਚਿਆਂ ਨੂੰ ਰੋਜ਼ ਭਿੰਨ ਭਿੰਨ ਢੰਗ ਤੋਂ ਨਵੀਂ ਪੁਆਇੰਟਾਂ ਕਿਉਂ ਸੁਣਾਉਂਦੇ ਰਹਿੰਦੇ ਸਨ? ਉੱਤਰ ਹੈਗਾ, ਕਿਉਂਕਿ ਬੱਚਿਆਂ ਨੂੰ ਅਨੇਕ ਜਨਮਾਂ ਦੀ ਦਿਲ ਪੂਰੀ ਕਰਨੀ ਹੈ। ਕਿਉਂਕਿ ਬਾਪ ਨੇ ਬੱਚਿਆਂ ਦੀ ਅਨੇਕ ਜਨਮਾਂ ਤੋਂ ਜਿਹੜੀ ਦਿਲ ਸੀ ਉਹਨਾਂ ਦੀ ਉਹ ਪੂਰੀ ਕਰਨੀ ਹੈ। ਬੱਚੇ ਬਾਪ ਦੁਆਰਾ ਨਵੀਂ ਪੁਆਇੰਟਾਂ ਸੁਣਦੇ ਸਨ ਤਾਂ ਬਾਪ ਦਾ ਵੀ ਫਿਰ ਅਤੀ ਲਵ ਬੱਚਿਆਂ ਨਾਲ ਵੱਧਦਾ ਜਾਂਦਾ ਏ। ਗੀਤ ਹੈਗਾ ਅੱਜ ਦਾ, ਤੂੰ ਰਾਤ ਗਵਾਈ ਸੋ ਕੇ ਦਿਵਸ ਗਵਾਇਆ ਖਾ ਕੇ। ਓਮ ਸ਼ਾਂਤੀ। ਬੱਚੇ ਬੈਠੇ ਸਨ ਨਜ਼ਰਾਂ ਲਗਾ ਕੇ। ਬਾਪ ਵੀ ਵੇਖ ਰਹੇ ਸਨ ਆਤਮਾ ਨੂੰ ਔਰ ਇਸ ਸਰੀਰ ਨੂੰ। ਬੱਚੇ ਵੀ ਵੇਖ ਰਹੇ ਸਨ। ਵੇਖਣ ਵਿੱਚ ਮਜ਼ਾ ਆਉਂਦਾ ਏ, ਸੁਣਨ ਵਿੱਚ ਵੀ ਮਜ਼ਾ ਆਉਂਦਾ ਏ, ਕਿਉਂਕਿ ਸੁਣਨਾ ਤਾਂ ਬਹੁਤ ਸਹਿਜ ਲੱਗਦਾ ਏ। ਅੱਜ ਤੱਕ ਬਹੁਤ ਸਾਰੇ ਗਿਆਨ ਆਦਿ ਸੁਣਦੇ ਹੀ ਰਹੇ ਹਾਂ। ਢੇਰ ਤੋਂ ਢੇਰ ਕਥਾਵਾਂ ਸੁਣੀਆਂ ਸਨ। ਤੁਸੀਂ ਹੀ ਨੰਬਰ 1 ਭਗਤ ਸੀ। ਤੁਹਾਨੂੰ ਹੀ ਸਭ ਤੋਂ ਜ਼ਿਆਦਾ ਭਗਤੀ ਕਰਨੀ ਪਈ। ਤੁਸੀਂ ਹੀ ਸਭ ਤੋਂ ਜ਼ਿਆਦਾ ਵੇਦ ਸ਼ਾਸਤਰ ਗ੍ਰੰਥ ਗੀਤਾ ਗਾਇਤਰੀ ਜਪ ਤਪ ਆਦਿ ਪੜ੍ਹਿਓ। ਬਹੁਤ ਸੁਣੇ ਵੀ ਹੈਗੇ। ਹੁਣ ਬਾਪ ਸਮਝਾਉਂਦੇ ਸਨ। ਹੁਣ ਬਾਪ ਕਹਿੰਦੇ ਸਨ, ਜਿਹੜੇ ਕੁਝ ਤੁਸੀਂ ਅੱਜ ਤੱਕ ਪੜ੍ਹਿਆ ਏ ਉਹ ਸਭ ਕੁਝ ਭੁੱਲ ਕੇ ਹੁਣ ਮੈਂ ਜੋ ਕੁਝ ਸੁਣਾਨਾ ਹਾਂ ਉਹ ਸੁਣੋ। ਜਦੋਂ ਤੋਂ ਬਾਪ ਦੀ ਸੁਣਨੇ ਬਾਕੀ ਸਾਰੇ ਭਗਤੀ ਦੇ ਸਮੱਗਰੀ ਸੁਣਨਾ ਛੱਡ ਦਿੱਤੀ ਏ। ਹੁਣ ਬਾਪ ਜੀ ਦੇ ਨਾਲ ਨਜ਼ਰ ਮਿਲੀਏ। ਹੁਣ ਬਾਪ ਦੇ ਬਣੇ ਹਾਂ। ਤਾਂ ਹੀ ਆਖਿਆ ਜਾਂਦਾ ਹੈ, ਨਜ਼ਰ ਤੋਂ ਨਿਹਾਲ ਕਰਦਾ ਸਤਿਗੁਰੂ ਸੁਆਮੀ। ਇਹ ਇੱਕ ਸ਼ਲੋਕ ਵੀ ਹੈਗਾ ਨਾ, ਗੁਰੂ ਵੀ ਸੁਆਮੀ ਵੀ ਹੈਗਾ ਤੇ ਸੱਜਣੀਆਂ ਦਾ ਸਾਜਨ ਵੀ ਹੈਗਾ। ਨਜ਼ਰ ਦੇ ਸਾਹਮਣੇ ਬੈਠੇ ਸਨ। ਨਜ਼ਰ ਤੋਂ ਹੀ ਬਾਪ ਨੂੰ ਵੇਖਦੇ ਸਨ। ਉਸ ਤੋਂ ਹੀ ਅਸੀਂ ਵਿਸ਼ਵ ਦੇ ਮਾਲਕਪਣੇ ਦਾ ਵਰਸਾ ਲੈਨੇ ਹਾਂ। ਬਾਪ ਨੂੰ ਵੇਖਣ ਨਾਲ ਦਿਲ ਖੁਸ਼ ਹੋ ਜਾਂਦੀ ਏ, ਕਿਉਂਕਿ ਜਾਣਦੇ ਹਾਂ ਬਾਪ ਹੀ ਤੋਂ ਕੋਲੋਂ ਸਾਨੂੰ ਸਭ ਕੁਝ ਮਿਲਦਾ ਏ। ਬਾਪ ਵਿੱਚ ਹੀ ਸਭ ਕੁਝ ਸਮਾਇਆ ਹੋਇਆ ਏ। ਜਦੋਂ ਬਾਪ ਮਿਲਿਆ ਨਜ਼ਰਾਂ ਦੇ ਸਾਹਮਣੇ ਬੈਠੇ ਤਾਂ ਜ਼ਰੂਰ ਬੱਚਿਆਂ ਨੂੰ ਸਵਰਗ ਦੀ ਬਾਦਸ਼ਾਹੀ ਦਾ ਨਸ਼ਾ ਵੀ ਚੜ ਜਾਂਦਾ ਏ। ਪਹਿਲਾਂ ਬਾਪ ਦਾ ਨਸ਼ਾ, ਫਿਰ ਅਰਥਾਤ ਬਾਦਸ਼ਾਹੀ ਦਾ ਨਸ਼ਾ। ਹੁਣ ਅਸੀਂ ਜਾਣਦੇ ਹਾਂ ਅਸੀਂ ਬਾਪ ਕੋਲੋਂ ਸਵਰਗ ਦੀ ਬਾਦਸ਼ਾਹੀ ਦਾ ਵਰਸਾ ਲੈਣ ਦੇ ਲਈ ਇੱਥੇ ਬੈਠੇ ਹਾਂ। ਦੇਹ ਅਭਿਮਾਨ ਹੁਣ ਨਿਕਲ ਜਾਣਾ ਚਾਹੀਦਾ ਏ। ਬਾਪ ਕਹਿੰਦੇ ਦੇਹ ਭਾਵ ਨੂੰ ਕੱਢ ਕੇ ਦੇਹੀ ਅਭਿਮਾਨੀ ਬਣੋ। ਹੁਣ ਅਸੀਂ ਆਤਮਾਵਾਂ ਚੱਕਰ ਲਗਾਉਂਦੀਆਂ ਹਾਂ, ਪਾਰਟ ਵਜਾਉਂਦੇ ਹੁਣ ਆ ਕੇ ਬਾਪ ਦੇ सम्मुख ਬੈਠੇ ਹਾਂ। ਬਾਪ ਦੇ ਨਾਲ ਖੁਸ਼ੀ ਹੁੰਦੀ ਏ, ਕਿਉਂਕਿ ਵਰਸਾ ਮਿਲਦਾ ਏ। ਬੱਚੇ ਜਦੋਂ ਵੱਡੇ ਹੋ ਜਾਂਦੇ ਸਨ ਤਾਂ ਬੁੱਧੀ ਵਿੱਚ ਆਂਦਾ ਏ ਕਿ ਅਸੀਂ ਹੁਣ ਬੈਰਿਸਟਰ ਬਣਾਂਗੇ, ਇੰਜੀਨੀਅਰ ਬਣਾਂਗੇ, ਡਾਕਟਰ ਬਣਾਂਗੇ। ਬਾਦਸ਼ਾਹ ਦਾ ਬੱਚਾ ਹੋਵੇਗਾ ਤਾਂ ਆਖੇਗਾ ਬਾਦਸ਼ਾਹ ਬਣਾਂਗਾ। ਹੁਣ ਤੁਸੀਂ ਜਾਣਨੇ ਹੋ ਬਾਪ ਤੋਂ ਅਸੀਂ ਸਵਰਗ ਦਾ ਵਰਸਾ ਲੈਨੇ ਹਾਂ। ਬਾਪ ਨੂੰ ਵੇਖਣ ਤੋਂ ਹੀ ਬੱਚਿਆਂ ਨੂੰ ਸਥਾਈ ਖੁਸ਼ੀ ਹੋ ਜਾਂਦੀ ਏ। ਇਸ ਨੂੰ ਹੀ ਰੂਹ ਰਿਹਾਨ ਆਖਿਆ ਜਾਂਦਾ ਏ। ਜਿਹੜਾ ਸੁਪਰੀਮ ਬਾਪ ਸਨ ਉਹ ਸਭ ਦਾ ਬਹਿ ਸਾਰੀ ਆਤਮਾਵਾਂ ਨੂੰ ਬਹਿ ਸਮਝਾਉਂਦੇ ਸਨ।
ਆਤਮਾ ਇਸ ਸਰੀਰ ਦੁਆਰਾ ਸੁਣਦੀ ਏ। ਇਹ ਇੱਕ ਹੀ ਵਾਰ ਇਹੋ ਜੀ ਗੱਲਾਂ ਆ ਕੇ ਦੱਸਦੇ ਸਨ। ਬਾਪ ਜੀ ਨੂੰ ਯਾਦ ਕਰਦਿਆਂ ਕਰਦਿਆਂ ਜਦੋਂ ਉਹ ਆਂਦੇ ਸਨ ਤਾਂ ਨਜ਼ਰ ਮਿਲਦੀਆਂ ਸਨ ਤਾਂ 21 ਜਨਮਾਂ ਦੇ ਲਈ ਵਰਸਾ ਦੇ ਦਿੰਦੇ ਸਨ। ਇਹ ਤੁਸੀਂ ਬੱਚਿਆਂ ਨੂੰ ਯਾਦ ਰਹਿਣਾ ਚਾਹੀਦਾ ਏ। ਬੱਚੇ ਜਦੋਂ ਭੁੱਲ ਜਾਂਦੇ ਸਨ, ਭੁੱਲਣਾ ਨਹੀਂ ਚਾਹੀਦਾ। ਬਾਬਾ ਦੀ ਨਜ਼ਰ ਦੇ ਸਾਹਮਣੇ ਹੋਣ ਤੋਂ ਹੀ ਸਮਝਦੇ ਸਨ ਅਸੀਂ ਬਾਬਾ ਦੇ ਸਾਹਮਣੇ ਬੈਠੇ ਹਾਂ। ਬਾਬਾ ਨੂੰ ਵੇਖਣ ਨਾਲ ਹੀ ਖੁਸ਼ੀ ਦਾ ਪਾਰਾ ਚੜ੍ਹਦਾ ਏ। ਤਾਂ ਬਾਪ ਬਹਿ ਕੇ ਨਵੀਂ ਪੁਆਇੰਟਾਂ ਸਮਝਾਉਂਦੇ ਸਨ। ਬਾਪ ਨਾਲ ਬੱਚਿਆਂ ਨੂੰ ਬਹੁਤ ਲਵ ਹੋਣਾ ਚਾਹੀਦਾ ਏ। ਆਤਮਾ ਆਪਣੀ ਦਿਲ ਪੂਰੀ ਕਰ ਦੇਵੇ, ਕਿਉਂਕਿ ਬਹੁਤ ਸਮੇਂ ਤੋਂ ਵਿਛੜੀ ਹੋਈ ਸੀ, ਅਨੇਕ ਜਨਮਾਂ ਤੋਂ ਦੁਖੀ ਸੀ। ਹੁਣ सम्मुख ਬਹਿ ਬਾਪ ਸਮਝਾਉਂਦੇ ਸਨ, ਦੇਖ ਕੇ ਖੁਸ਼ ਵੀ ਹੁੰਦੇ ਸਨ। ਬਾਪ ਦੇ सम्मुख ਹੋਣ ਨਾਲ ਹਰਸ਼ਿਤ ਵੀ ਹੁੰਦੇ ਸਨ। ਬਾਪ ਹੀ ਆ ਕੇ ਦੂਰ ਤੋਂ ਆ ਕੇ ਸਾਨੂੰ ਸਵਰਗ ਦਾ ਵਰਸਾ ਦਿੰਦੇ ਸਨ। ਸਾਨੂੰ ਖੁਸ਼ ਰਹਿਣਾ ਵੀ ਬਾਪ ਹੀ ਆ ਕੇ ਸਿਖਾਉਂਦੇ ਸਨ। ਵਿਵੇਕ ਆਖਦਾ ਏ ਬਾਹਰ ਤੇ ਬਹੁਤ ਗੱਲਾਂ ਹੁੰਦੀਆਂ ਨੇ, ਬਹੁਤ ਗੱਲਾਂ ਸੁਣੀਆਂ ਨੇ। ਹੁਣ ਬੁੱਧੀ ਸਾਡੀ ਇੱਕ ਬਾਪ ਜੀ ਦੀ ਤਰਫ ਚਲੀ ਜਾਣੀ ਚਾਹੀਦੀ ਏ। ਇੱਥੇ ਜਿਹੜੇ ਮਧੂਬਨ ਵਿੱਚ ਬੈਠੇ ਸਨ सम्मुख ਸੁਣਦੇ ਸਨ। ਬਾਬਾ ਪਿਆਰ ਤੋਂ ਕਸ਼ਿਸ਼ ਕਰਦੇ ਸਨ, ਵੇਖੋ ਤੁਹਾਡਾ ਕਿੱਡਾ ਮਿੱਠਾ ਕਿੱਡਾ ਪਿਆਰਾ ਬਾਬਾ ਏ, ਤੁਹਾਨੂੰ ਸਵਰਗ ਵਿੱਚ ਲੈ ਜਾਣ ਦੇ ਲਈ ਆਇਆ ਹੋਇਆ ਹੈ। ਹੁਣ ਬਾਪ ਆਖਦੇ ਸਨ ਇਸ ਦੁਨੀਆ ਤੋਂ ਤੁਹਾਡਾ ਲੰਗਰ ਹੁਣ ਉੱਠ ਚੁੱਕਿਆ ਏ। ਅਸੀਂ ਹੁਣ ਵਾਪਸ ਆਪਣੇ ਘਰ ਜਾ ਰਹੇ ਹਾਂ। ਇਸ ਦੁਨੀਆ ਨਾਲ ਸਾਡਾ ਹੁਣ ਕੋਈ ਤਾਲੁਕ ਨਹੀਂ। ਇਹ ਭਗਵਾਨ ਆਪਣੇ ਬੱਚਿਆਂ ਨੂੰ ਯਾਨੀ ਪਰਮ ਪਿਤਾ ਪਰਮਾਤਮਾ ਆਪਣੇ ਸਾਲੀਗ੍ਰਾਮਾ ਬੱਚਿਆਂ ਨਾਲ ਗੱਲ ਕਰ ਰਹੇ ਸਨ। ਭਗਵਾਨ ਨੂੰ ਆਣਾ ਹੀ ਪੈਂਦਾ ਏ, ਪਰੰਤੂ ਜਾਣਦੇ ਹੀ ਨਹੀਂ ਕਦੋਂ ਆਉਂਦੇ ਸਨ। ਤੁਸੀਂ ਜਾਣਦੇ ਹੋ ਅਸੀਂ ਆਤਮਾ ਸਰੀਰ ਲੈ ਕੇ ਹੀ ਪਾਠ ਵਜਾਉਂਦੀਆਂ ਸਨ। ਅਸੀਂ ਪਰਮਧਾਮ ਵਿੱਚ ਰਹਿੰਦੇ ਹਾਂ, ਉੱਥੇ ਪਰਮ ਪਿਤਾ ਪਰਮਾਤਮਾ ਵੀ ਰਹਿੰਦੇ ਸਨ। ਮਨੁੱਖ ਤਾਂ ਨਾ ਆਤਮਾ ਨੂੰ ਨਾ ਪਰਮਾਤਮਾ ਨੂੰ ਜਾਣਦੇ ਸਨ। ਕਿਵੇਂ ਭਗਵਾਨ ਆ ਕੇ ਮਿਲੇਗਾ, ਕੀ ਕਰੇਗਾ, ਕੁਝ ਵੀ ਨਹੀਂ ਜਾਣਦੇ। ਗੀਤਾ ਵਿੱਚ ਸਾਰੀਆਂ ਰੋਂਗ ਗੱਲਾਂ ਲਿਖ ਦਿੱਤੀਆਂ ਸਨ, ਨਾਮ ਹੀ ਬਦਲ ਦਿੱਤਾ ਏ। ਤੁਸੀਂ ਜਾਣਦੇ ਹੋ ਅਸੀਂ ਕ੍ਰਿਸ਼ਨ ਦੇ ਘਰਾਣੇ ਦੇ ਸੀ। ਹੁਣ ਸ਼ਿਵ ਬਾਬਾ ਫੇਰ ਤੋਂ ਸਾਨੂੰ ਰਾਜ ਭਾਗ ਦੇ ਰਹੇ ਸਨ। ਸਾਡੀ ਬੁੱਧੀ ਕ੍ਰਿਸ਼ਨ ਕੋਲ ਨਹੀਂ ਬਹਿੰਦੀ। ਮਨੁੱਖ ਤਾਂ ਆਖ ਦਿੰਦੇ ਸਨ ਕ੍ਰਿਸ਼ਨ ਭਗਵਾਨ ਵਾਚ, ਕੁਝ ਵੀ ਸਿੱਧ ਨਹੀਂ ਹੁੰਦਾ। ਗੀਤਾ ਵਿੱਚ ਵਿਖਾਇਆ ਏ 5 ਪਾਂਡਵ ਜਾ ਕੇ ਬੱਚੇ, ਕਲਪ ਦੀ ਆਯੂ ਲੱਖਾਂ ਵਰਸ਼ ਲਿਖ ਦਿੱਤੀ। ਇੰਨੀ ਸਹਿਜ ਗੱਲਾਂ ਵੀ ਮਨੁੱਖ ਨਹੀਂ ਜਾਣਦੇ। ਤੁਸੀਂ ਕਿੱਡੇ ਇਸ਼ਾਰੇ ਤੋਂ ਸਮਝ ਸਕਦੇ ਹੋ ਕਿ ਅਸੀਂ ਹੀ ਸੂਰਿਆਵੰਸ਼ੀ ਘਰਾਣੇ ਵਿੱਚ ਸੀ। ਹੁਣ ਸੂਰਿਆਵੰਸ਼ੀ ਤੋਂ ਅਸੀਂ ਸ਼ੁੱਧਰਵੰਸ਼ੀ ਬਣ ਪਏ ਹਾਂ। ਹੁਣ ਸ਼ੁੱਧਰਵੰਸ਼ੀ ਤੋਂ ਬਾਪ ਆ ਕੇ ਸਾਨੂੰ ਬ੍ਰਾਹਮਣ ਬਣਾਉਂਦੇ ਸਨ। ਬ੍ਰਾਹਮਣ ਤੋਂ ਫਿਰ ਅਸੀਂ ਦੇਵਤਾ ਅਰਥਾਤ ਸੂਰਿਆਵੰਸ਼ੀ ਬਣਦੇ ਹਾਂ। ਇਹ ਸਾਰਾ ਵਰਨਾਂ ਦਾ ਚੱਕਰ ਤੁਹਾਡੀ ਬੁੱਧੀ ਵਿੱਚ ਰਹਿਣਾ ਚਾਹੀਦਾ ਏ। ਉਹਨਾਂ ਨੇ ਵਰਨਾਂ ਨੂੰ ਹੀ ਅੱਧਾ ਕਰ ਦਿੱਤਾ ਏ। ਚੋਟੀ ਬ੍ਰਾਹਮਣ ਅਤੇ ਸ਼ਿਵ ਬਾਬਾ ਦੋਵਾਂ ਨੂੰ ਗੁੰਮ ਕਰ ਦਿੱਤਾ ਏ। ਬਾਕੀ ਦੇਵਤਾ, ਸ਼ਤਰੀਅਤ, ਵੈਸ਼ਯਤ, ਸ਼ੂਦਰ ਸਭ ਵਿਖਾਇਆ ਹੋਇਆ ਏ। ਬ੍ਰਾਹਮਣ ਤਾਂ ਫਿਰ ਜ਼ਰੂਰ ਚਾਹੀਦੇ ਨੇ। ਬ੍ਰਹਮਾ ਦੀ ਔਲਾਦ ਫਿਰ ਕਿੱਥੇ ਗਏ? ਇਹ ਕੋਈ ਦੀ ਬੁੱਧੀ ਵਿੱਚ ਗੱਲਾਂ ਨਹੀਂ ਆਉਂਦੀਆਂ। ਤੁਹਾਨੂੰ ਬਾਪ ਚੰਗੀ ਤਰ੍ਹਾਂ ਇਹ ਗੱਲਾਂ ਸਮਝਾਉਂਦੇ ਸਨ। ਤੁਸੀਂ ਜਾਣਦੇ ਹੋ ਸਾਡਾ ਕਲਪ ਦੇ ਸੰਗਮ ਯੁੱਗ ਤੇ ਅਯੋ ਧੰਦਾ ਰਹਿੰਦਾ ਏ। ਕੋਈ ਵੀ ਆਤਮਾਵਾਂ ਦੀ ਪਰਮਾਤਮਾ ਨਾਲ ਸਗਾਈ ਨਹੀਂ ਕਰਾਂਦੇ। ਸਗਾਈ ਉਹਨਾਂ ਦੀ ਕਰਾਂਦੇ ਸਨ ਜਿਹੜੇ ਵਿਸ਼ਵ ਦਾ ਮਾਲਿਕ ਬਣਦੇ ਸਨ। ਇਹ ਸਭ ਤੋਂ ਉੱਚੇ ਤੇ ਉੱਚੇ ਰੂਹਾਨੀ ਸਗਾਈ ਏ। ਰੂਹਾਨੀ ਸਗਾਈ ਕਰਨਾ ਕਲਪ ਬਾਪ ਹੀ ਆ ਕੇ ਸਿਖਾਉਂਦੇ ਸਨ। ਕਲਪ ਇਹੋ ਗੱਲਾਂ ਸਿਖਾਉਂਦੇ ਸਨ। ਕਲਪ ਮਨੁੱਖ ਤੋਂ ਦੇਵਤਾ ਜ਼ਰੂਰ ਬਣਦੇ ਸਨ। ਦੇਵਤਾ ਫਿਰ ਤੋਂ ਮਨੁੱਖ ਬਣ ਜਾਂਦੇ ਸਨ। ਮਨੁੱਖ ਤਾਂ ਮਨੁੱਖ ਹੀ ਸਨ, ਪਰੰਤੂ ਗੁਣਾ ਨਾਲ ਦੇਵਤਾ, ਅਵਗੁਣਾ ਨਾਲ ਅਸੁਰ ਆਖਿਆ ਜਾਂਦਾ ਏ। ਇਹ ਕਿਉਂ ਲਿਖਿਆ ਗਿਆ ਹੈ? ਮਨੁੱਖ ਤੋਂ ਦੇਵਤਾ ਕੀਏ ਕਰਤ ਨਾ ਲਾਗੀ ਵਾਰ, ਕਿਉਂਕਿ ਦੇਵਤਾ ਧਰਮ ਸਥਾਪਨ ਕਰਦੇ ਸਨ।
ਤੁਸੀਂ ਹੁਣ ਜਾਣਦੇ ਹੋ, ਇਸ ਸਗਾਈ ਤੋਂ ਅਸੀਂ ਮਨੁੱਖ ਤੋਂ ਦੇਵਤਾ ਬਣ ਜਾਂਦੇ ਹਾਂ। ਸਭ ਆਖਦੇ ਸਨ ਕ੍ਰਾਈਸਟ ਤੋਂ 3000 ਵਰ੍ਹਾ ਪਹਿਲੇ ਭਾਰਤ ਸਵਰਗ ਸੀ, ਪਰੰਤੂ ਬੁੱਧੀ ਵਿੱਚ ਕੁਝ ਵੀ ਨਹੀਂ ਆਂਦਾ। ਭਾਰਤ ਪਹਿਲਾਂ ਸਵਰਗ ਸੀ। ਹੁਣ ਕਿੱਡੇ ਮੰਦਿਰ ਬਣਾਉਂਦੇ ਸਨ, ਪਰੰਤੂ ਸਭ ਦੀ ਉਤਰਤੀ ਕਲਾ ਹੀ ਹੋਣੀ ਜਾਂਦੀ ਏ। ਹੁਣ ਸਾਡੀ ਚੜ੍ਹਤੀ ਕਲਾ ਹੋ ਰਹੀ ਏ। ਚੜ੍ਹਤੀ ਕਲਾ ਵੀ ਸੈਕਿੰਡ ਵਿੱਚ ਹੋ ਜਾਂਦੀ ਏ। ਅੱਛਾ, ਮਿੱਠੇ ਮਿੱਠੇ ਸਿੱਕਿਲ ਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਜੀ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਜੀ ਨੂੰ ਦਿਲ ਅਤੇ ਜਾਨ ਸਿੱਖ ਅਤੇ ਪ੍ਰੇਮ ਨਾਲ ਨਮਸਤੇ 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 ਜੀ। ਧਾਰਨਾ ਦੇ ਲਈ ਮੁੱਖ ਸਾਰ ਹੈਗਾ, ਕਦੇ ਵੀ ਕਿਸੇ ਵੀ ਗੱਲ ਵਿੱਚ ਮੂੰਝ ਕੇ ਨਿਸ਼ਚੈ ਨੂੰ ਉੱਤੇ ਨੀਚੇ ਨਹੀਂ ਕਰਨਾ। ਘਰ-ਬਾਰ ਸੰਭਾਲਦਿਆਂ ਹੋਇਆਂ ਕਰਮ ਯੋਗੀ ਹੋ ਕੇ ਰਹਿਣਾ ਏ। ਵਿਜੈ ਮਾਲਾ ਵਿੱਚ ਨਜ਼ਦੀਕ ਵਿੱਚ ਦਾ ਦਾਣਾ ਬਣਨ ਲਈ ਪਵਿੱਤਰ ਜ਼ਰੂਰ ਬਣਨਾ ਏ। ਬੁੱਧੀਵਾਨ ਬਣਨ ਦੇ ਲਈ ਗਿਆਨ ਦਾ ਵਿਚਾਰ ਸਾਗਰ ਮੰਥਨ ਕਰਨਾ ਹੈ। ਸਦਾ ਖਿਦਮਤ ਦੇ ਵਿੱਚ ਤਤਪਰ ਰਹਿਣਾ ਏ। ਆਪ ਸਮਾਨ ਬਣਾਉਣ ਦੀ ਸੇਵਾ ਵੀ ਕਰਦੇ ਰਹਿਣਾ ਏ। ਅੱਜ ਦਾ ਵਰਦਾਨ ਹੈਗਾ, ਬਾਬਾ ਸ਼ਬਦ ਦੀ ਸਮ੍ਰਿਤੀ ਨਾਲ ਹੱਦ ਦੇ ਮੇਰੇਪਨ ਨੂੰ ਅਰਪਣ ਕਰਨ ਵਾਲੇ ਬੇਅਦ ਦੇ ਵੈਰਾਗੀ ਭਵ। ਕਈ ਬੱਚੇ ਆਖਦੇ ਸਨ, ਮੇਰਾ ਇਹ ਗੁਣ ਹੈ, ਮੇਰੇ ਵਿੱਚ ਇਹ ਸ਼ਕਤੀ ਏ। ਇਹ ਕਹਿਣਾ ਵੀ ਗਲਤ ਸਨ। ਪਰਮਾਤਮ ਦੇਣ ਏ, ਮੇਰਾ ਮੰਨਣਾ ਮਾਣਾ ਮਹਾ ਪਾਪ। ਕਈ ਬੱਚੇ ਸਧਾਰਨ ਭਾਸ਼ਾ ਵਿੱਚ ਬੋਲ ਦਿੰਦੇ ਸਨ, ਮੇਰੇ ਇਸ ਗੁਣ ਨੂੰ ਮੇਰੀ ਬੁੱਧੀ ਨੂੰ ਯੂਜ਼ ਨਹੀਂ ਕੀਤਾ ਜਾਂਦਾ। ਲੇਕਿਨ ਮੇਰਾ ਕਹਿਣਾ ਮਾਨਾ ਮੈਲਾ ਬਣਨਾ, ਇਹ ਵੀ ਆਪਣੇ ਆਪ ਨਾਲ ਠੱਗੀ ਏ। ਇਸ ਲਈ ਇਸ ਹੱਦ ਦੇ ਮੇਰੇਪਨ ਨੂੰ ਅਰਪਣ ਕਰਕੇ ਸਦਾ ਬਾਬਾ ਸ਼ਬਦ ਯਾਦ ਰੱਖੋ, ਤਾਂ ਆਖਾਂਗੇ ਬੇਅਦ ਦੇ ਵੈਰਾਗੀ ਆਤਮਾਵਾਂ। ਸਲੋਗਨ ਹੈਗਾ, ਆਪਣੀ ਸੇਵਾ ਨੂੰ ਬਾਪ ਦੇ ਅੱਗੇ ਅਰਪਣ ਕਰ ਦਿਓ ਤਾਂ ਸੇਵਾ ਦਾ ਫਲ ਅਤੇ ਬਲ ਪ੍ਰਾਪਤ ਹੁੰਦਾ ਰਹੇਗਾ। ਆਪਣੀ ਸੇਵਾ ਨੂੰ ਬਾਪ ਜੀ ਦੇ ਅੱਗੇ ਅਰਪਣ ਕਰ ਦਿਓ ਤਾਂ ਸੇਵਾ ਦਾ ਫਲ ਅਤੇ ਬਲ ਦੋਵੇਂ ਮਿਲਦੇ ਰਹਿਣਗੇ। ਓਮ ਸ਼ਾਂਤੀ।